आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਆਜ਼ਾਦੀ ਘੁਲਾਟੀਏ NMR ਸੁਬਾਰਮਨ, ਸੁਤੰਤਰਤਾ ਸੈਨਾਨੀ ਗੋਦਾਵਰੀ ਪਾਰੂਲੇਕਰ ਅਤੇ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਹਰਮਨ ਸਿੰਘ ਉਰਫ ਈਸ਼ਰ ਦਾਸ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਮਹਾਨ ਆਜ਼ਾਦੀ ਘੁਲਾਟੀਏ NMR ਸੁਬਾਰਮਨ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ ਸਾਲ 1905 ਵਿੱਚ 14 ਅਗਸਤ ਨੂੰ ਤਾਮਿਲਨਾਡੂ ਦੇ ਮਦੁਰਈ ਵਿੱਚ ਹੋਇਆ ਸੀ। ਉਹ ਮਦੁਰਈ ਗਾਂਧੀ ਦੇ ਰੂਪ ਵਿੱਚ ਪ੍ਰਸਿੱਧ ਸਨ। ਗਾਂਧੀ ਜੀ ਦੇ ਉਤਸ਼ਾਹੀ ਪੈਰੋਕਾਰ ਸੁਬਾਰਮਨ ਨੇ ਉੱਚ ਸਿੱਖਿਆ ਲਈ ਲੰਡਨ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ 1922 ਵਿੱਚ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਹੋ ਗਏ। 1923 ਵਿੱਚ ਉਹ ਮਦੁਰਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੁੱਢਲੇ ਮੈਂਬਰ ਬਣ ਗਏ ਅਤੇ 1925 ਵਿੱਚ ਇਸ ਦੇ ਪ੍ਰਧਾਨ ਚੁਣੇ ਗਏ। ਉਹਨਾਂ ਨੇ 1930 ਵਿੱਚ ਵੇਦ ਨਾਰਾਇਣਮ ਰੈਲੀ ਵਿੱਚ ਭਾਗ ਲੈਣ ਲਈ ਮਦੁਰਈ ਤੋਂ 27 ਨੌਜਵਾਨਾਂ ਦੀ ਚੋਣ ਕੀਤੀ। ਸੁਬਾਰਮਨ 1935 ਤੋਂ 1942 ਤੱਕ ਮਦੁਰਈ ਨਗਰ ਪਾਲਿਕਾ ਦੇ ਪ੍ਰਧਾਨ ਚੁਣੇ ਗਏ। ਉਹ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਮਦੁਰਈ ਵਿਧਾਨ ਸਭਾ ਦੇ ਮੈਂਬਰ ਰਹੇ। ਸੁਬਾਰਮਨ ਪਛੜੇ ਵਰਗਾਂ ਦੀ ਭਲਾਈ ਲਈ ਹਮੇਸ਼ਾ ਪ੍ਰਤੀਬੱਧ ਰਹੇ। ਤਾਮਿਲਨਾਡੂ ਹਰੀਜਨ ਸੇਵਕ ਸੰਘ ਦੇ ਮਾਧਿਅਮ ਨਾਲ ਉਹਨਾਂ ਨੇ ਹੋਸਟਲਾਂ ਦੀ ਇੱਕ ਲੜੀ ਸਥਾਪਿਤ ਕਰਨ ਵਿੱਚ ਸਰਗਰਮ ਯੋਗਦਾਨ ਦਿੱਤਾ। ਉਹ ਭੂਦਾਨ ਅੰਦੋਲਨ ਨਾਲ ਵੀ ਡੂੰਘਾਈ ਨਾਲ ਜੁੜੇ ਰਹੇ ਅਤੇ 100 ਏਕੜ ਭੂਮੀ ਦਾਨ ਵਿੱਚ ਦਿੱਤੀ। ਸੁਬਾਰਮਨ ਗਾਂਧੀ ਰਚਨਾ ਪ੍ਰਕਾਸ਼ਨ ਕਮੇਟੀ ਦੇ ਸਕੱਤਰ ਸਨ, ਜਿਸ ਨੇ ਤਾਮਿਲ ਵਿੱਚ 17 ਅੰਕਾਂ ਵਿੱਚ ਗਾਂਧੀ ਜੀ ਦੀਆਂ ਲਿਖਤਾਂ ਅਤੇ ਹੋਰਨਾਂ ਵਿਸ਼ੇਸ਼ ਰਚਨਾਵਾਂ ਦਾ ਪ੍ਰਕਾਸ਼ਨ ਕੀਤਾ। ਦੇਸ਼ ਵਿੱਚ ਪਹਿਲੀ ਵਾਰ ਗਾਂਧੀ ਫਲਸਫੇ ਤੇ ਸਿਲੇਬਸ ਸ਼ੁਰੂ ਕਰਨ ਅਤੇ ਦੇਸ਼ ਦਾ ਪਹਿਲਾ ਗਾਂਧੀ ਮਿਊਜ਼ੀਅਮ ਮਦੁਰਈ ਵਿੱਚ ਸਥਾਪਿਤ ਕਰਨ ਵਿੱਚ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। NMR ਸੁਬਾਰਮਨ ਨੇ 25 ਜਨਵਰੀ 1983 ਨੂੰ ਆਖਰੀ ਸਾਹ ਲਿਆ, ਲੇਕਿਨ ਉਹਨਾਂ ਦੀ ਵਿਰਾਸਤ ਹਮੇਸ਼ਾ ਅਮਿੱਟ ਰਹੇਗੀ। ਇਸ ਮਹਾਨ ਗਾਂਧੀਵਾਦੀ ਆਜ਼ਾਦੀ ਘੁਲਾਟੀਏ ਨੂੰ ਸਾਡਾ ਕੋਟੀ-ਕੋਟੀ ਨਮਨ। ਅੱਜ ਅਸੀਂ ਸੁਤੰਤਰਤਾ ਸੈਨਾਨੀ ਗੋਦਾਵਰੀ ਪਾਰੂਲੇਕਰ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 14 ਅਗਸਤ 1907 ਨੂੰ ਹੋਇਆ ਸੀ। ਉਹ ਬਰਤਾਨਵੀ ਰਾਜ ਦੇ ਵਿਰੁੱਧ ਵਿਦਿਆਰਥੀ ਅੰਦੋਲਨ ਵਿੱਚ ਸਰਗਰਮ ਰਹੀ। 1932 ਵਿੱਚ ਸੱਤਿਆਗ੍ਰਹਿ ਵਿੱਚ ਭਾਗ ਲੈਣ ਲਈ ਬਰਤਾਨਵੀ ਸਰਕਾਰ ਨੇ ਉਹਨਾਂ ਨੂੰ ਸਜ਼ਾ ਦਿੱਤੀ। ਗੋਦਾਵਰੀ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਲਾਅ ਗ੍ਰੈਜੂਏਟ ਸਨ। 1932 ਵਿੱਚ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਗੋਦਾਵਰੀ ਨੇ ਭਾਰਤ ਸੇਵਕ ਸਮਾਜ ਵਿੱਚ ਸ਼ਾਮਲ ਹੋ ਕੇ ਮੁੰਬਈ ਵਿੱਚ ਸਮਾਜ ਸੇਵਾ ਸ਼ੁਰੂ ਕਰ ਦਿੱਤੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਸਰਬ ਭਾਰਤੀ ਕਿਸਾਨ ਸਭਾ ਵਿੱਚ ਸ਼ਾਮਲ ਹੋਏ ਅਤੇ ਇਸ ਦੀ ਮਹਾਰਾਸ਼ਟਰ ਸ਼ਾਖਾ ਮਹਾਰਾਸ਼ਟਰ ਰਾਜ ਕਿਸਾਨ ਸਭਾ ਦੀ ਸਥਾਪਨਾ ਕੀਤੀ। ਉਹਨਾਂ ਦੇ ਲੋਕ ਹਿੱਤ ਕੰਮਾਂ ਲਈ ਬਰਤਾਨਵੀ ਸਰਕਾਰ ਨੇ ਉਹਨਾਂ ਨੂੰ ਕਈ ਵਾਰ ਜੇਲ੍ਹ ਭੇਜਿਆ। ਗੋਦਾਵਰੀ ਨੇ ਦਾਦਰਾ ਅਤੇ ਨਗਰ ਹਵੇਲੀ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਾਉਣ ਲਈ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕੀਤੀ। ਵਰਲੀ ਭਾਈਚਾਰੇ ਦੇ ਸੰਘਰਸ਼ ਲਈ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਆਪਣੀ ਕਿਤਾਬ ਜਿਹਵਾ ਮਾਨਸ ਜਗਾ ਹੋਤੋ ਵਿੱਚ ਇਸ ਅੰਦੋਲਨ ਨੂੰ ਲਿਪੀਬੱਧ ਕੀਤਾ। 1961 ਵਿੱਚ ਗੋਦਾਵਰੀ ਨੇ ਆਦੀਵਾਸੀ ਪ੍ਰਗਤੀ ਮੰਡਲ ਦੀ ਸਥਾਪਨਾ ਕੀਤੀ। ਗੋਦਾਵਰੀ ਪਾਰੂਲੇਕਰ ਆਪਣੇ ਜੀਵਨ ਦੇ ਅੰਤ ਤੱਕ ਲੋਕ ਕਲਿਆਣ ਦੇ ਕੰਮਾਂ ਵਿੱਚ ਲੱਗੀ ਰਹੀ। ਭਾਰਤ ਦੀ ਇਸ ਸਾਹਸੀ ਅਤੇ ਜੁਝਾਰੂ ਧੀ ਨੂੰ ਸਾਡਾ ਭਾਵ ਭਿੰਨਾ ਨਮਨ। ਅੱਜ ਅਸੀਂ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਹਰਮਨ ਸਿੰਘ ਉਰਫ ਈਸ਼ਰ ਦਾਸ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਬਰਤਾਨਵੀ ਸ਼ਾਸਨ ਨੇ 14 ਅਗਸਤ 1914 ਨੂੰ ਫਾਂਸੀ ਦੇ ਦਿੱਤੀ ਸੀ। ਹੁਸ਼ਿਆਰਪੁਰ ਦੇ ਨਿਵਾਸੀ ਹਰਮਨ ਸਿੰਘ ਸ਼ੁਰੂ ਵਿੱਚ ਬਰਤਾਨਵੀ ਫੌਜ ਵਿੱਚ ਸ਼ਾਮਲ ਹੋਏ, ਪਰ ਬਾਅਦ ਵਿੱਚ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਕੈਨੇਡਾ ਚਲੇ ਗਏ।
ਉੱਥੇ ਉਹਨਾਂ ਨੇ ਭਾਰਤੀਆਂ ਵਿੱਚ ਕੌਮੀ ਚੇਤਨਾ ਜਗਾਉਣ ਦਾ ਅਭਿਆਨ ਸ਼ੁਰੂ ਕੀਤਾ। ਇਸ ਉਦੇਸ਼ ਨਾਲ ਉਹਨਾਂ ਨੇ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਕੈਨੇਡਾ ਸਰਕਾਰ ਨੇ ਉਹਨਾਂ ਨੂੰ ਸਿਆਸੀ ਗਤੀਵਿਧੀਆਂ ਲਈ ਮਨਜ਼ੂਰੀ ਨਹੀਂ ਦਿੱਤੀ ਅਤੇ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਜਾਰੀ ਕਰ ਦਿੱਤਾ, ਪਰ ਬਾਅਦ ਵਿੱਚ ਉਹਨਾਂ ਨੂੰ ਪਰਤਣ ਦੀ ਆਗਿਆ ਵੀ ਮਿਲ ਗਈ। ਹਰਮਨ ਸਿੰਘ ਕ੍ਰਾਂਤੀਕਾਰੀਆਂ ਦੇ ਉਦੇਸ਼ਾਂ ਅਤੇ ਟੀਚਿਆਂ ਤੇ ਚੱਲਦੇ ਰਹੇ ਅਤੇ ਲਗਾਤਾਰ ਗਦਰ ਸਮਾਚਾਰ ਪੱਤਰ ਲਈ ਲੇਖ ਲਿਖਦੇ ਰਹੇ, ਜਿਸ ਦਾ ਪ੍ਰਕਾਸ਼ਨ 1913 ਵਿੱਚ ਸ਼ੁਰੂ ਹੋਇਆ ਸੀ। ਉਹਨਾਂ ਨੇ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲਿਆ ਅਤੇ ਬਰਤਾਨਵੀ ਸਰਕਾਰ ਨੇ ਪਹਿਲੇ ਬਰਮਾ ਸਾਜ਼ਿਸ਼ ਕੇਸ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ। ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 14 ਅਗਸਤ 1914 ਨੂੰ ਫਾਂਸੀ ਦੇ ਦਿੱਤੀ ਗਈ। ਦੇਸ਼ ਦੇ ਸਾਹਸੀ ਅਤੇ ਬਹਾਦਰ ਸਪੂਤ ਨੂੰ ਸਾਡੇ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ।